ਨਾਵਲ ਇੱਕ ਮਿਆਨ ਦੋ ਤਲਵਾਰਾਂ, ਨਾਵਲਕਾਰ ਨਾਨਕ ਸਿੰਘ, ਭਾਗ ਪਹਿਲਾ, ਕਾਂਡ 7ਵਾਂ। ਘਰ ਵਿੱਚ ਹੋਰ ਕੋਈ ਨਿੱਕਾ ਨਿਆਣਾ ਨਾ ਹੋਣ ਕਰਕੇ ਦੋਹਾਂ ਭੈਣ ਭਰਾਵਾਂ ਵਿੱਚ ਬਹੁਤ ਗੂੜਾ ਸਨੇਹ ਸੀ। ਨਾਲੇ ਹੈ ਵੀ ਤਾਂ ਦੋਵੇਂ ਇੱਕੋ ਜਿਹੇ ਸਨ, ਉੱਪਰੋਂ ਥਲੀ ਦੇ। ਮਸੇ 1.5-2 ਸਾਲਾਂ ਦਾ ਫਰਕ ਸੀ। ਬੀਰੀ ਦਾ ਪੂਰਾ ਨਾਂ ਰਘਬੀਰ ਕੌਰ ਸੀ, ਪਰ ਉਸਨੂੰ ਸਭੇ ਇਸ ਸੰਖੇਪ ਨਾਂ ਨਾਲ ਸੱਦਦੇ ਸਨ। ਸੁਭਾਅ ਦੀ ਅਤ ਦਰਜੇ ਦੀ ਚੰਚਲ, ਕੱਦ ਬੁੱਤ ਵੱਲੋਂ ਹੁੰਦੜਹੇਲ ਤੇ ਮੂੰਹ ਮਹਾਂਦਰੇ ਵੱਲੋਂ ਸੁਨੱਖੀ। ਨਿੱਕੇ ਹੁੰਦਿਆਂ ਤੋਂ ਹੀ ਘਰ ਦਾ ਭਰਭਾਰਾ ਸਿਰ ਤੇ ਆ ਪੈਣ ਕਰਕੇ ਉਹ ਆਪਣੇ ਹਾਣ ਦੀਆਂ ਕੁੜੀਆਂ ਨਾਲੋਂ ਦੂਣੋਂ ਦੂਣ ਸਿਆਣੀ ਤੇ ਸਮਝਦਾਰ ਸੀ। ਪਿੰਡ ਥਾਵਾਂ ਦੀਆਂ ਕੁੜੀਆਂ ਦਿਮਾਗੀ ਚੇਤਨਤਾ ਵੱਲੋਂ ਆਮ ਤੌਰ ਤੇ ਕੱਸੀਆਂ ਹੁੰਦੀਆਂ ਹਨ, ਪਰ ਇਸ ਬੀਰੀ ਨੂੰ ਕੁਦਰਤ ਨੇ ਪਤਾ ਨਹੀਂ ਕਿਹੋ ਜਿਹਾ ਦਿਮਾਗ ਬਖਸ਼ਿਆ ਸੀ ਕਿ ਸ਼ਹਿਰਨਾਂ ਦੇ ਵੀ ਕੰਨ ਕੁਦਰਦੀ ਸੀ। ਗੱਲ ਅਗਲੇ ਦੇ ਮੂੰਹ ਵਿੱਚ ਹੀ ਹੁੰਦੀ ਕਿ ਬੀਰੀ ਉਸਦੇ ਲਬੋ ਲਬਾਬ ਨੂੰ ਭਾਂਪ ਜਾਂਦੀ। ਯਾਦ ਸ਼ਕਤੀ ਉਸਦੀ ਇਤਨੀ ਰੌਸ਼ਨ ਸੀ ਕਿ ਕੋਈ ਵੀ ਕਵਿਤਾ 2-4 ਵੇਰਾਂ ਪੜ੍ਹਨ ਤੋਂ ਬਾਅਦ ਉਸਨੂੰ ਕੰਠ ਹੋ ਜਾਂਦੀ। ਵੈਸੇ ਵੀ ਕਵਿਤਾ ਪੜ੍ਹਨ ਦਾ ਉਸਨੂੰ ਸ਼ੌਕ ਸੀ। ਕਿੱਡਾ ਵੀ ਕੋਈ ਨਵਾਂ ਗੀਤ ਜਾਂ ਨਵੀਂ ਕਵਿਤਾ ਮਿਲੇ, ਬੀਰੀ ਉਸੇ ਵੇਲੇ ਕਾਪੀ ਵਿੱਚ ਦਰਜ ਕਰ ਲੈਂਦੀ ਤੇ ਉਸ ਤੋਂ ਬਾਅਦ ਆਪਣੇ ਦਿਮਾਗ ਵਿੱਚ। ਮਾਂ ਦਾ ਲਾਡ ਮਲਾਰ ਦੋਹਾਂ ਭੈਣ ਭਰਾਵਾਂ ਦੀ ਕਿਸਮਤ ਵਿੱਚ ਨਹੀਂ ਸੀ ਲਿਖਿਆ, ਤੇ ਪਿਓ ਦੇ ਵਾਤਸਲ ਨੂੰ ਰੁਝੇਵੇਂ ਕਦੀ ਘੱਟ ਵੱਧ ਹੀ ਉੱਭਰਨ ਦਿੰਦੇ, ਜਿਸ ਕਰਕੇ ਮਾਂ ਤੇ ਪਿਓ ਦੋਹਾਂ ਦਾ ਸਨੇਹ ਭਰਾ ਨੂੰ ਭੈਣ ਪਾਸੋਂ ਤੇ ਭੈਣ ਨੂੰ ਭਰਾ ਪਾਸੋਂ ਪ੍ਰਾਪਤ ਹੁੰਦਾ, ਜਿਸ ਦਾ ਫਲ ਰੂਪ ਦੋਵੇਂ ਇਤਨੇ ਆਪੋ ਵਿੱਚ ਖੁੱਲ੍ਹ ਗਏ ਕਿ ਕਿਸੇ ਵੀ ਕਿਸਮ ਦਾ ਸੰਗ ਸੰਕੋਚ ਉਹਨਾਂ ਦੇ ਨੇੜੇ ਨਹੀਂ ਸੀ ਪਟਕਦਾ। ਹਾਸੇ ਮਜ਼ਾਕ ਤੋਂ ਲੈ ਕੇ ਗੰਭੀਰ ਤੋਂ ਗੰਭੀਰ ਗੱਲਾਂ ਪੂਰੀ ਲਾਤ ਕਲਫੀ ਨਾਲ ਆਪੋ ਵਿੱਚ ਕਰਿਆ ਕਰਦੇ। ਸੁਦਰਸ਼ਨ ਭਾਵੇਂ ਉਮਰ ਵਿੱਚ ਬੀਰੀ ਨਾਲੋਂ 1.5-2 ਸਾਲ ਵੱਡਾ ਤੇ ਪੜ੍ਹਾਈ ਲਿਖਾਈ ਵਿੱਚ ਵੀ ਉਸ ਤੋਂ ਅੱਗੇ ਸੀ, ਇਸ ਤੋਂ ਛੁੱਟ ਬੀਰੀ ਲਈ ਉਸਤਾਦ ਦਾ ਪਾਰਟ ਵੀ ਉਸਨੂੰ ਅਦਾ ਕਰਨਾ ਪੈਂਦਾ ਸੀ। ਫਿਰ ਵੀ ਉਹ ਕਈ ਪੱਖਾਂ ਤੋਂ ਆਪਣੇ ਆਪ ਨੂੰ ਬੀਰੀ ਨਾਲੋਂ ਦੂਰ ਪਿੱਛੇ ਖਿਆਲ ਕਰਦਾ ਸੀ। ਕਈ ਵਾਰੀ ਜਦ ਕਦੀ ਬੀਰੀ ਦੀ ਚੇਤਨਤਾ ਦਾ ਕੋਈ ਕ੍ਰਿਸ਼ਮਾ ਉਸਦੀ ਦ੍ਰਿਸ਼ਟੀਗੋਚਰ ਹੁੰਦਾ ਤਾਂ ਉਸਦੇ ਅੰਦਰ ਇੱਕ ਮਿੱਠੀ ਜਿਹੀ ਈਰਖਾ ਵੀ ਆ ਜਾਇਆ ਕਰਦੀ। ਕਾਸ਼ ਮੈਨੂੰ ਵੀ ਬੀਰੀ ਵਰਗਾ ਰੌਸ਼ਨ ਦਿਮਾਗ ਮਿਲਿਆ ਹੁੰਦਾ। ਘਟੀਏਪੁਣੇ ਦਾ ਇਹ ਅਹਿਸਾਸ ਉਸ ਅੰਦਰ ਹੋਰ ਵੀ ਵੱਧ ਜਾਂਦਾ ਜਦ ਦਾ ਉਹ ਇੱਕ ਅੱਧ ਸਾਲਾਨਾ ਇਮਤਿਹਾਨ ਵਿੱਚੋਂ ਫੇਲ ਹੋਇਆ। ਤੇ ਇਸੇ ਹੀ ਮਿੱਠੀ ਈਰਖਾ ਅਥਵਾ ਘਟੀਆਪਣੇ ਦਾ ਅਹਿਸਾਸ ਦਾ ਫਲ ਰੂਪ ਬੀਰੀ ਆਪਣੇ ਪਾਪਾ ਜੀ ਦੇ ਦਿਲ ਦੀ ਧੜਕਣ ਅਤੇ ਅੱਖਾਂ ਦੀ ਰੌਸ਼ਨੀ ਬਣਦੀ ਚਲੀ ਗਈ। ਹਰਨਪੁਰ ਵਿੱਚ ਕੁੜੀਆਂ ਦਾ ਇੱਕੋ ਇੱਕ ਪ੍ਰਾਇਮਰੀ ਸਕੂਲ ਸੀ, ਜਿਹੜਾ ਈਸਾਈ ਮਿਸ਼ਨਰੀਆਂ ਦਾ ਹੋਣ ਕਰਕੇ ਬਾਬਾ ਸੁਖਦੇਵ ਸਿੰਘ ਜੀ ਨੂੰ ਪਸੰਦ ਨਹੀਂ ਸੀ। ਉਹਨਾਂ ਦਾ ਖਿਆਲ ਸੀ ਕਿ ਕਿਰਾਨੀਆਂ ਦੇ ਸਕੂਲ ਵਿੱਚ ਪੜ੍ਹਨ ਨਾਲ ਕੁੜੀਆਂ ਦੀ ਧਾਰਮਿਕਤਾ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਉਹ ਪਿਤਾ ਪੁਰਖੀ ਪਰੰਪਰਾ ਤੋਂ ਬੇਮੁਖ ਹੋ ਜਾਇਆ ਕਰਦੀਆਂ ਨੇ। ਨਾਲੇ ਇਹ ਕਿ ਬੀਰੀ ਵਰਗੀ ਧੜੱਲੇਦਾਰ ਕੁੜੀ ਨੂੰ ਰੱਜਵੀਂ ਧਾਰਮਿਕ ਵਿੱਦਿਆ ਦੇ ਕੇ ਉਹ ਆਪਣੇ ਸਾਹਿਬਜ਼ਾਦਾ ਖਾਨਦਾਨ ਦਾ ਮੁੱਖ ਉਜਲਾ ਕਰਨਾ ਚਾਹੁੰਦੇ ਸਨ। ਸੁਦਰਸ਼ਨ ਬਾਰੇ ਵੀ ਉਹਨਾਂ ਦਾ ਇਹੋ ਵਿਚਾਰ ਸੀ, ਪਰ ਉਸ ਨਾਲੋਂ ਬੀਰੀ ਉੱਤੇ ਉਹਨਾਂ ਨੂੰ ਬਹੁਤ ਜ਼ਿਆਦਾ ਆਸਾਂ ਸਨ। ਸੁਦਰਸ਼ਨ ਜਿੱਥੇ ਬਹੁਤ ਵੱਡੇ ਕਿਸੇ ਸਰਕਾਰੀ ਅਹੁਦੇ ਨੂੰ ਸੰਭਾਲ ਕੇ ਮੇਰੀ ਕੁਲ ਦਾ ਨਾਂ ਰੌਸ਼ਨ ਕਰੇਗਾ, ਉੱਥੇ ਬੀਰੀ ਮੁਕੰਮਲ ਤੌਰ ਤੇ ਧਾਰਮਿਕ ਸਿੱਖਿਆ ਪਾਉਣ ਤੋਂ ਬਾਅਦ ਤੁਹਾਡੇ ਖਾਨਦਾਨ ਦੀਆਂ ਸੁਆਣੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ। ਇਹੋ ਸੀ ਬਾਬਾ ਜੀ ਦਾ ਨਿਸ਼ਾਨਾ ਆਪਣੀਆਂ ਦੋਹਾਂ ਸੰਤਾਨਾਂ ਬਾਰੇ। ਸਕੂਲ ਤੋਂ ਛੁੱਟ ਕੁੜੀਆਂ ਲਈ ਜੇ ਕੋਈ ਪੜ੍ਹਾਈ ਦਾ ਪ੍ਰਬੰਧ ਸੀ ਤਾਂ ਗੁਰਦੁਆਰੇ ਵਿੱਚ ਹੀ, ਜਿੱਥੇ ਇੱਕ ਬੁੱਢ ਵਰੇਸ ਜਿਹਾ ਭਾਈ ਉਹਨਾਂ ਨੂੰ ਪੜ੍ਹਾਉਂਦਾ ਸੀ, ਤੇ ਜਿੱਥੇ ਪੜ੍ਹਾਈ ਲਿਖਾਈ ਨਾਲੋਂ ਦੂਣਾ ਤਿਉਣਾ ਵਕਤ ਕੁੜੀਆਂ ਨੂੰ ਭਾਈ ਹੋਰਾਂ ਦੇ ਘਰ ਦਾ ਕੰਮ ਧੰਦਾ ਕਰਨ ਵਿੱਚ ਲਾਉਣਾ ਪੈਂਦਾ ਸੀ। ਬੀਰੀ ਵੀ ਕੁਝ ਚਿਰ ਉਸ ਸਕੂਲ ਵਿੱਚ ਪੜ੍ਹੀ, ਪਰ ਉਸ ਵਰਗੀ ਚੰਚਲ ਕੁੜੀ ਨੂੰ ਕਦੋਂ ਸੰਤੋਖ ਹੋ ਸਕਦਾ ਸੀ ਇਹੋ ਜਿਹੀ ਪੜ੍ਹਾਈ ਨਾਲ, ਜਿੱਥੇ 35 ਤੋਂ ਲੈ ਕੇ ਪਹਿਲੀ ਪੜ੍ਹਨ ਵਿੱਚ ਹੀ ਵਰਿਆਂ ਬੱਧੀ ਸਮੇਂ ਦੀ ਲੋੜ ਸੀ। ਇਹ ਪੈਂਡਾ ਤਾਂ ਬੀਰੀ ਨੇ ਮੁੱਢਲੇ 2-4 ਮਹੀਨਿਆਂ ਵਿੱਚ ਹੀ ਮੁਕਾ ਲਿਆ ਸੀ। ਛੇਕੜ ਉਸ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਸੁਦਰਸ਼ਨ ਨੇ ਸੰਭਾਲ ਲਈ। ਹਰਨਪੁਰ ਦੇ DB ਮਿਡਲ ਸਕੂਲ ਦੀ ਪੜ੍ਹਾਈ ਖਤਮ ਕਰਕੇ ਸੁਦਰਸ਼ਨ ਨੂੰ ਭੱਲੋਵਾਲ ਦੇ ਗਵਰਨਮੈਂਟ ਹਾਈ ਸਕੂਲ ਵਿੱਚ ਦਾਖਲ ਹੋਣਾ ਪਿਆ, ਕਿਉਂਕਿ ਉਸ ਤੋਂ ਨੇੜੇ ਹੋਰ ਕੋਈ ਹਾਈ ਸਕੂਲ ਨਹੀਂ ਸੀ। ਰੇਲ ਰਾਹੀਂ ਹਰਨਪੁਰ ਤੋਂ ਭੱਲੋਵਾਲ 1.25 ਘੰਟੇ ਦਾ ਰਸਤਾ ਸੀ। ਸੁਦਰਸ਼ਨ ਸਵੇਰੇ 7:45 ਦੀ ਗੱਡੀ ਜਾਂਦਾ ਤੇ ਸ਼ਾਮੀ 6:30 ਦੀ ਗੱਡੀ ਵਾਪਸ ਆ ਜਾਇਆ ਕਰਦਾ ਸੀ। ਰਾਤੀ 2 ਘੰਟੇ ਉਸ ਨੂੰ ਬੀਰੀ ਨਾਲ ਵੀ ਮਗਜਪੱਚੀ ਕਰਨੀ ਪੈਂਦੀ। ਇਸੇ ਤਰ੍ਹਾਂ ਇੱਕ ਲੰਮੇ ਸਮੇਂ ਲਈ ਦੋਹਾਂ ਭੈਣ ਭਰਾਵਾਂ ਦੀ ਪੜ੍ਹਾਈ ਦਾ ਕ੍ਰਮ ਚੱਲਦਾ ਰਿਹਾ। ਪਰ ਬਾਬਾ ਜੀ ਦੇ ਖਿਆਲ ਵਿੱਚ ਬੀਰੀ ਦੀ ਪੜ੍ਹਾਈ ਲਈ ਇੰਨਾ ਹੀ ਕਾਫੀ ਨਹੀਂ ਸੀ।
ਦੁਪਹਿਰੇ 2-3 ਘੰਟੇ ਲਾ ਕੇ ਉਹਨਾਂ ਆਪ ਉਸ ਨੂੰ ਧਾਰਮਿਕ ਵਿੱਦਿਆ ਦੇਣੀ ਸ਼ੁਰੂ ਕੀਤੀ। ਪਰ ਉਹਨਾਂ ਦਾ ਇਹ ਨੇਮ ਕਾਇਮ ਨਾ ਰਹਿ ਸਕਿਆ। ਜਦ ਲੜਾਈ ਲੱਗ ਜਾਣ ਤੋਂ ਬਾਅਦ ਉਹਨਾਂ ਦੇ ਰੁਝੇਵਿਆਂ ਵਿੱਚ ਅਤ ਦਰਜੇ ਦਾ ਵਾਧਾ ਹੋ ਗਿਆ। ਭਰਤੀ ਲਈ ਦੌਰਿਆਂ ਤੇ ਜਾ ਕੇ ਉਹਨਾਂ ਨੂੰ ਕਈ ਦਿਨ ਬਾਹਰ ਹੀ ਗੁਜ਼ਾਰਨੇ ਪੈਂਦੇ ਸਨ। ਫਿਰ ਵੀ ਜਦ ਕਦੀ ਘਰ ਰਹਿਣ ਦਾ ਮੌਕਾ ਮਿਲਦਾ, ਉਹ ਅਗਲੀ ਪਿਛਲੀ ਕਸਰ ਕੱਢਣ ਲਈ ਪਹਿਰਾਂ ਬੱਧੀ ਬੀਰੀ ਨੂੰ ਗੋਡੇ ਮੁੱਢ ਬਿਠਾਲ ਕੇ ਪੜ੍ਹਾਉਂਦੇ ਰਹਿੰਦੇ। ਪੜ੍ਹਦਿਆਂ ਜੇ ਬੀਰੀ ਨੂੰ ਊਂਘ ਆ ਜਾਂਦੀ ਜਾਂ ਹੋਰ ਕਿਸੇ ਪੱਜ ਹਿੱਲਣ ਜੁਲਣ ਦਾ ਯਤਨ ਕਰਦੀ ਤਾਂ ਕਾੜ ਕਰਦਾ ਇੱਕ ਚਟੋਕਾ ਬੀਰੀ ਦੇ ਸਿਰ ਵਿੱਚ ਆ ਵੱਜਦਾ। ਨਾਲੇ ਚੁੜੇਲੇ, ਕੰਮਕੋਸ, ਹੱਡ ਹਰਾਮੇ ਆਦਿ ਗੁੱਸੇ ਭਰੇ ਬੋਲ ਵੀ ਉਸ ਨੂੰ ਸੁਣਨੇ ਪੈਂਦੇ। ਸੁਭਾਵਿਕ ਤੌਰ ਤੇ ਭਾਵੇਂ ਬੀਰੀ ਕਿੰਨੀ ਹੀ ਚੰਚਲ ਤੇ ਹਸਮੁਖ ਸੀ, ਪਰ ਪਿਓ ਦਾ ਉਸ ਉੱਤੇ ਕੁਝ ਐਸਾ ਸਾਇਆ ਪਿਆ ਹੋਇਆ ਸੀ ਕਿ ਉਸ ਨੂੰ ਤੱਕਦਿਆਂ ਹੀ ਉਹ ਕਛੂਏ ਵਾਂਗ ਸਿਰ ਨੂੰ ਪਿੰਡੇ ਵਿੱਚ ਲੁਕਾਉਣ ਲੱਗ ਪੈਂਦੀ। ਪਰ ਪਿਓ ਪ੍ਰਤੀ ਸੁਦਰਸ਼ਨ ਦਾ ਆਚਰਣ ਉੱਕਾ ਹੀ ਇਸ ਤੋਂ ਉਲਟ ਸੀ। ਉਹ ਕੋਈ ਵੀ ਅਣਭਾਉਂਦੀ ਗੱਲ ਪਿਓ ਦੇ ਮੂੰਹੋਂ ਸੁਣਦਾ ਤਾਂ ਬੈਸਣ ਲੱਗ ਪੈਂਦਾ, ਜਿਸ ਕਰਕੇ ਪਿਓ ਪੁੱਤਰ ਵਿੱਚ ਕਈ ਵਾਰਾਂ ਤਲਖੀ ਵੀ ਹੋ ਜਾਇਆ ਕਰਦੀ ਸੀ। ਅਕਸਰ ਸੁਦਰਸ਼ਨ ਦੀਆਂ ਤਰਕਾਂ ਦਲੀਲਾਂ ਅੱਗੇ ਪਸੰਦ ਹੋਣ ਭਾਵੇਂ ਨਾ, ਬਾਬਾ ਜੀ ਨੂੰ ਖਾਮੋਸ਼ ਹੋਣਾ ਪੈਂਦਾ। ਜਾਣਦੇ ਸਨ ਕਿ ਪੁੱਤਰ ਨਾਲ ਆਡਾ ਲਾਉਣਾ ਨਹੀਂ ਬਣਦਾ। ਫਿਰ ਇੱਕੋ ਇੱਕ ਪੁੱਤਰ, ਕੋਈ 2-4 ਤਾਂ ਹੈ ਨਹੀਂ ਕਿ ਜੇ ਇੱਕ ਨਾਰਾਜ਼ ਹੋ ਗਿਆ ਤਾਂ ਦੂਜਾ ਸਹੀ, ਤੀਜਾ ਸਹੀ। ਤੇ ਇਸ ਕਿਸਮ ਦੀ ਹਾਰ ਜਾਂ ਖਾਮੋਸ਼ੀ ਕੁਝ ਘੱਟ ਕਸ਼ਟਕਾਰੀ ਨਹੀਂ ਸੀ ਸਾਬਤ ਹੁੰਦੀ ਉਹਨਾਂ ਲਈ। ਖਾਸ ਕਰਕੇ ਜਦ ਕਦੀ ਸੁਦਰਸ਼ਨ ਬਾਬਾ ਜੀ ਨਾਲ ਇੱਕ ਅਸਲੋਂ ਹੀ ਭੈੜੀ ਬੇਸਿਰੀ ਬਹਿਸ ਛੇੜ ਪੈਂਦਾ ਗੁਰੂ ਡੰਮ ਜਾਂ ਸਰਕਾਰ ਪ੍ਰਸਤੀ ਬਾਰੇ, ਤਾਂ ਬਾਬਾ ਜੀ ਦਾ ਸਬਰ ਇੱਕਦਮ ਬੁਖਲਾ ਉੱਠਦਾ ਤੇ ਦਿਲੋਂ ਨਾ ਚਾਹੁੰਦੇ ਹੋਏ ਵੀ ਉਹ ਗਾਲੀ ਗਲੋਚ ਦੀ ਹੱਦ ਤੱਕ ਜਾ ਪਹੁੰਚਦੇ। ਕਦੀ ਇੱਕ ਅੱਧ ਧੌਲ ਤੱਪਾ ਵੀ ਰਸੀਦ ਕਰ ਪੈਂਦੇ, ਜਿਸ ਦਾ ਨਤੀਜਾ ਇਹ ਹੁੰਦਾ ਕਿ ਕਈ ਦਿਨਾਂ ਤੀਕ ਪਿਓ ਪੁੱਤਰ ਇੱਕ ਦੂਜੇ ਨਾਲ ਮੂੰਹ ਵੱਟੀ ਰੱਖਦੇ। ਬੀਰੀ ਜਦ ਕਦੀ ਪਿਓ ਵੱਲੋਂ ਇਸ ਪ੍ਰਕਾਰ ਸੁਦਰਸ਼ਨ ਦਾ ਨਿਰਾਦਰ ਹੁੰਦਾ ਵੇਖਦੀ ਤਾਂ ਛੁੱਟ ਇਸ ਤੋਂ ਹੋਰ ਉਸ ਤੋਂ ਕੁਝ ਨਾ ਸਰਦਾ ਕਿ ਪਿਛਲੇ ਅੰਦਰ ਮੁੱਦੇ ਮੂੰਹ ਮੰਜੇ ਤੇ ਜਾ ਡਿੱਗਦੀ ਤੇ ਤਦ ਤੀਕ ਬੁਸਕਦੀ ਰਹਿੰਦੀ ਜਦ ਤੱਕ ਸੁਦਰਸ਼ਨ ਆ ਕੇ ਉਸ ਨੂੰ ਪਿਆਰ ਦਿਲਾਸਾ ਨਾ ਦਿੰਦਾ। ਸੁਭਾਅ ਦੀ ਕਿੰਨੀ ਚੰਚਲ, ਜ਼ੁਬਾਨ ਦੀ ਭਾਵੇਂ ਕਿੰਨੀ ਤੇਜ਼ ਤਰਾਰ ਸੀ, ਪਰ ਉਸ ਦੇ ਸਾਹਮਣੇ ਪਤਾ ਨਹੀਂ ਕਿਉਂ ਅਸਲੋਂ ਹੀ ਭਿੱਜੀ ਬਿੱਲੀ ਬਣ ਜਾਇਆ ਕਰਦੀ ਕਿ ਮਜਾਲਜੂ ਇੱਕ ਸ਼ਬਦ ਵੀ ਵਿਰੋਧ ਵਿੱਚ ਉਸ ਦੇ ਮੂੰਹੋਂ ਨਿਕਲ ਜਾਵੇ। ਭਰਾ ਜਿੰਨਾ ਪਿਓ ਅੱਗੇ ਤੁਰਸ਼ ਕਲਾਮੀ ਨਾਲ ਪੇਸ਼ ਆਉਂਦਾ, ਭੈਣ ਓਨੀ ਹੀ ਗੂੰਗੀ ਬੋਲੀ ਬਣ ਜਾਇਆ ਕਰਦੀ। ਅਜਿਹੇ ਵਕਤੀ ਕਈ ਵਾਰੀ ਤਾਂ ਬਾਬਾ ਜੀ ਇੱਥੋਂ ਤੱਕ ਸੋਚਣ ਲੱਗ ਪੈਂਦੇ ਕਿ ਥੋੜ੍ਹਾ ਪਿਆ ਇਹੋ ਜਿਹੀਆਂ ਪੜ੍ਹਾਈਆਂ ਖੁਣੋ ਜਿਨ੍ਹਾਂ ਨਾਲ ਮੁੰਡਿਆਂ ਦੀਆਂ ਖੋਪਰੀਆਂ ਉਲਟ ਜਾਂਦੀਆਂ ਨੇ। ਕਿਉਂ ਨਾ ਇਸ ਜ਼ਬਾਨ ਦਰਾਜ਼ ਮੁੰਡੇ ਨੂੰ ਸਕੂਲੋਂ ਉਠਾਲ ਲਿਆ ਜਾਵੇ। ਪਰ ਪੜ੍ਹਾਈ ਤਾਂ ਉਹ ਕਿਸੇ ਹੋਰ ਮਨੋਰਥ ਲਈ ਕਰਾ ਰਹੇ ਸਨ, ਇੱਕ ਅਜਿੱਤੀ ਤੋਪ ਤਿਆਰ ਕਰਨ ਖਾਤਰ ਜਿਸ ਦੀ ਮਾਰ ਨਾਲ ਉਹ ਟਿਵਾਣਿਆਂ ਦਾ ਕਿਲਾ ਮਿਸਮਾਰ ਕਰ ਸਕਣ, ਇੱਕ ਅਜਿਹੀ ਮੁਰਗੀ ਤਿਆਰ ਕਰਨ ਖਾਤਰ ਜਿਹੜੀ ਹਰ ਰੋਜ਼ ਸੋਨੇ ਦਾ ਅੰਡਾ ਦਿਆ ਕਰੇ। ਇਹ ਸੋਚ ਕੇ ਉਹ ਸਭੋ ਕੁਝ ਜਰ ਜਾਂਦੇ। ਸੂਣ ਵਾਲੀ ਗਊ ਦੀਆਂ ਛੜਾਂ ਖਾਣੀਆਂ ਹੀ ਪੈਂਦੀਆਂ ਨੇ ਹਰ ਕਿਸੇ ਨੂੰ। ਬੀਰੀ ਚਿਰਾਂ ਤੋਂ ਉਸ ਸੁਭਾਗ ਸਮੇਂ ਨੂੰ ਉਡੀਕ ਰਹੀ ਸੀ ਜਦ ਉਸ ਨੂੰ ਪਾਪਾ ਜੀ ਦਾ ਦਿਨ ਭਰ ਦਾ ਵਿਛੋੜਾ ਨਹੀਂ ਸਹਿਣਾ ਪਵੇਗਾ, ਜਦੋਂ ਸੁਦਰਸ਼ਨ ਪਾਸੋਂ ਉਹ ਮਨਮੰਨੀ ਪੜ੍ਹਾਈ ਕਰ ਸਕਿਆ ਕਰੇਗੀ। ਪਰ ਜਿਉਂ ਹੀ ਉਸ ਨੂੰ ਪਤਾ ਲੱਗਿਆ ਕਿ 10ਵੀਂ ਪਾਸ ਕਰਨ ਤੋਂ ਬਾਅਦ ਸੁਦਰਸ਼ਨ ਨੂੰ ਲਾਹੌਰ ਦੇ ਕਿਸੇ ਕਾਲਜ ਵਿੱਚ ਦਾਖਲ ਕਰਾਇਆ ਜਾਵੇਗਾ ਤਾਂ ਡਾਢੀ ਹੀ ਟੀਸ ਵੱਜੀ ਉਸ ਦੇ ਦਿਲ ਨੂੰ। ਪਰ ਇਹ ਟੀਸ ਛੇਤੀ ਹੀ ਮਿੱਠੀ ਮੁਰਾਦ ਵਿੱਚ ਵੱਟ ਗਈ ਜਦ ਉਸ ਮਹਿਸੂਸ ਕੀਤਾ ਜਿਵੇਂ ਪਿਓ ਪਾਸੋਂ ਉਸ ਸੁਣਿਆ ਸੀ ਕਿ BA ਕਰਕੇ ਉਸ ਦਾ ਪਾਪਾ ਜੀ ਬਾਰ ਕੌਂਸਲ ਦਾ ਮੈਂਬਰ ਬਣੇਗਾ ਤੇ ਉਸ ਦੀ ਕੁਰਸੀ ਵਾਇਸਰਾਏ ਦੇ ਐਨ ਸੱਜੇ ਪਾਸੇ ਹੋਇਆ ਕਰੇਗੀ, ਜਿਹੜੀ ਟਿਵਾਣਿਆਂ ਨੂੰ 7 ਪੁਸ਼ਤਾਂ ਤੱਕ ਵੀ ਕਦੇ ਨਸੀਬ ਨਹੀਂ ਹੋ ਸਕਦੀ। ਸੁਦਰਸ਼ਨ ਨੂੰ ਵੀ ਗ੍ਰੈਜੂਏਟ ਬਣਨ ਦੀ ਕੁਝ ਘੱਟ ਰੀਝ ਨਹੀਂ ਸੀ। ਉਹ ਤਾਂ ਪਿਓ ਨਾਲੋਂ ਵੀ ਕਾਲਾ ਸੀ। ਪਰ ਉਸ ਦੇ ਦਿਲ ਨੂੰ ਪਰੇਸ਼ਾਨ ਕਰਨ ਵਾਲੀ ਕੋਈ ਗੱਲ ਸੀ ਤਾਂ ਇਹ ਕਿ ਪਿਓ ਉਸ ਨੂੰ ਜਿਸ ਮਨੋਰਥ ਲਈ ਪੜ੍ਹਾਉਣਾ ਚਾਹੁੰਦਾ ਹੈ, ਪੁੱਤਰ ਨੂੰ ਉਸ ਮਨੋਰਥ ਤੋਂ ਨਫ਼ਰਤ ਸੀ। ਸ਼ਾਇਦ ਇਹੋ ਨਫ਼ਰਤ ਸੀ ਜਿਸ ਨੇ ਪਿਓ ਵੱਲੋਂ ਉਸ ਦਾ ਮਨ ਕਾਫੀ ਹੱਦ ਤੱਕ ਉਚਾਟ ਕਰ ਰੱਖਿਆ ਸੀ। ਜੇਹਲਮ ਦਾ ਲਗਭਗ ਸਾਰਾ ਹੀ ਜ਼ਿਲ੍ਹਾ ਭਾਵੇਂ ਸਰਕਾਰ ਪੂਜਾ ਦਾ ਜ਼ਿਲ੍ਹਾ ਸੀ, ਜਿੱਥੇ ਕਿਸੇ ਵੀ ਕਿਸਮ ਦੇ ਰਾਜਨੀਤਿਕ ਵਿਚਾਰਾਂ ਲਈ ਕੋਈ ਥਾਂ ਨਹੀਂ ਸੀ। ਫਿਰ ਵੀ ਪਤਾ ਨਹੀਂ ਕਿਸ ਤਰ੍ਹਾਂ ਦੇ ਕਿਹੜੇ ਰਾਹੋਂ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਬਿਰਤਾਂਤ ਇੱਥੇ ਅੱਪੜ ਜਾਂਦੇ, ਖਾਸ ਕਰਕੇ ਵਿਦਿਆਰਥੀ ਤਬਕੇ ਵਿੱਚ। ਸੁਦਰਸ਼ਨ ਦਾ ਸਕੂਲ ਸਰਕਾਰੀ ਸੀ, ਜਿਸ ਕਰਕੇ ਲੜਾਈ ਦੇ ਦਿਨੀ ਕਿਸੇ ਵੀ ਵਿਦਿਆਰਥੀ ਜਾਂ ਉਸਤਾਦ ਉੱਤੇ ਪੋਲੀਟੀਕਲ ਗੱਲਾਂ ਕਰਨ ਸੁਣਨ ਦੀ ਸਖਤ ਪਾਬੰਦੀ ਸੀ।
ਇਸ ਦੇ ਬਾਵਜੂਦ ਆਮ ਟੀਚਰ ਤੇ ਵਿਦਿਆਰਥੀ ਅਕਸਰ ਇੱਕ ਦੂਜੇ ਦੇ ਕੰਨਾਂ ਨਾਲ ਮੂੰਹ ਜੋੜ ਕੇ ਇਸੇ ਪ੍ਰਸੰਗ ਉੱਤੇ ਕੁਝ ਨਾ ਕੁਝ ਕਹਿੰਦੇ ਸੁਣਦੇ ਦਿਖਾਈ ਦਿੰਦੇ ਸਨ। ਜਾਪਦਾ ਸੀ ਜਿਵੇਂ ਇਹਨਾਂ ਲੋਕਾਂ ਦੀ ਦਿਲਚਸਪੀ ਲਈ ਲੜਾਈ ਤੋਂ ਬਿਨਾਂ ਹੋਰ ਕੋਈ ਮਜ਼ਮੂਨ ਰਿਹਾ ਹੀ ਨਹੀਂ ਸੀ। ਇਹ ਹਾਲਾਤ ਨਿਰੀ ਸਕੂਲੀ ਤਬਕੇ ਤੱਕ ਸੀਮਤ ਨਾ ਰਹਿ ਕੇ ਆਮ ਲੋਕਾਂ ਦੇ ਕੰਨਾਂ ਤੇ ਬੁੱਲਾਂ ਦਾ ਵਿਸ਼ਾ ਬਣ ਗਈ। ਇੱਕ ਪਾਸੇ ਲੜਾਈ ਵਿੱਚ ਅੰਗਰੇਜ਼ਾਂ ਨੂੰ ਹਾਰ ਉੱਤੇ ਹਾਰ ਹੋਣੀ ਸ਼ੁਰੂ ਹੋਈ ਤੇ ਦੂਜੇ ਪਾਸੇ ਲੋਕਾਂ ਨੂੰ ਅੰਗਰੇਜ਼ ਦੇ ਦੁਸ਼ਮਣ ਗਾਂਧੀ ਦਾ ਨਾਂ ਸੁਣਾਈ ਦੇਣ ਲੱਗ ਪਿਆ, ਜਿਸ ਦੀ ਚਰਚਾ ਮਰਦਾਂ ਤੋਂ ਛੁੱਟ ਨੱਡੀਆਂ ਸਵਾਣੀਆਂ ਤੀਕ ਵੀ ਪਹੁੰਚੀ, ਜਿਹੜਾ ਇਸ ਤਰ੍ਹਾਂ ਦੇ ਗੀਤਾਂ ਦੀ ਸ਼ਕਲ ਵਿੱਚ ਉਹਨਾਂ ਚਰਖਿਆਂ ਦੀ ਘੂਕਰ ਵਿੱਚੋਂ ਤੇ ਗਿੱਧਿਆਂ ਦੀ ਘੁਮਕਾਰ ਵਿੱਚੋਂ ਅਕਸਰ ਸੁਣਾਈ ਦਿੰਦਾ। ਆਟਾ ਗੁੰਨਦੀ ਦਾ ਖੁੱਲ ਗਿਆ ਝਾਟਾ, ਅੰਗਰੇਜ਼ ਨੂੰ ਪੈ ਗਿਆ ਘਾਟਾ, ਨੀ ਗੋਰਿਆਂ ਨੇ ਤੁਰ ਜਾਵਣਾ, ਬੱਲੇ ਬੱਲੇ ਨੀ ਗੋਰਿਆਂ ਨੇ ਤੁਰ ਜਾਵਣਾ, ਸ਼ਾਵਾ ਸ਼ਾਵਾ ਨੀ ਕਾਲਿਆਂ ਦਾ ਰਾਜ ਆਵਣਾ, ਫੇਰ ਪੱਟ ਦਾ ਪਰਾਂਦਾ ਪਾਈ ਗੰਗੀਏ, ਨੀ ਫੇਰ ਮੇਢੀਆਂ ਨੂੰ ਮਾਠ ਕੇ ਗੁੰਦਾਈ ਗੰਗੀਏ, ਬੱਲੇ ਬੱਲੇ ਨੀ ਗੋਰਿਆਂ ਨੇ ਤੁਰ ਜਾਵਣਾ, ਸ਼ਾਵਾ ਸ਼ਾਵਾ ਵੀ ਗੋਰਿਆਂ ਨੇ ਤੁਰ ਜਾਵਣਾ। ਜਿੰਨਾ ਚਿਰ ਤਾਂ ਇਸ ਕਿਸਮ ਦੀ ਘੁਸਰ ਮੁਸਰ ਤੇ ਤ੍ਰਿੰਜਣਾ ਗਿੱਧਿਆਂ ਦਾ ਮਜ਼ਮੂਨ ਲਾਮ ਤੇ ਗੋਰਿਆਂ ਤੱਕ ਸੀ, ਖਤਰੇ ਵਾਲੀ ਕੋਈ ਐਸੀ ਗੱਲ ਨਹੀਂ ਸੀ ਦਿਖਾਈ ਦਿੰਦੀ। ਪਰ ਜਿਉਂ ਹੀ ਇਸ ਮਜ਼ਮੂਨ ਦੇ ਨਾਲ ਹੀ ਇੱਕ ਨਵਾਂ ਮਜ਼ਮੂਨ ਆ ਰਲਿਆ, ਗਦਰ, ਰਾਸ ਬਿਹਾਰੀ, ਕਰਤਾਰ ਸਿੰਘ ਸਰਾਭਾ, ਤਾਂ ਇਸ ਦੇ ਪ੍ਰਤੀਕਰਮ ਰੂਪ ਥਾਂ ਥਾਂ ਤੇ CID ਦੇ ਆਦਮੀ ਫਿਰਨ ਲੱਗ ਪਏ। ਹਰ ਪਾਸੇ ਹਵਾਈਆਂ ਉੱਡਣ ਲੱਗੀਆਂ ਕਿ ਜਿਹੜਾ ਕੋਈ ਵੀ ਇਹੋ ਜਿਹੀਆਂ ਗੱਲਾਂ ਕਰਦਾ ਫੜਿਆ ਗਿਆ ਉਸ ਨੂੰ ਕੈਦ ਕਰ ਦਿੱਤਾ ਜਾਵੇਗਾ। ਸਰਕਾਰੀ ਸਕੂਲਾਂ ਵਿੱਚ ਆਏ ਦਿਨ ਹੈਡਮਾਸਟਰਾਂ ਵੱਲੋਂ ਮੁੰਡਿਆਂ ਨੂੰ ਤਾੜਨਾ ਕੀਤੀ ਜਾਂਦੀ। ਹਰ 5-10 ਦਿਨੀ ਅਮਨ ਸਭਾ ਦੀ ਕੋਈ ਨਾ ਕੋਈ ਪਾਰਟੀ ਸਕੂਲਾਂ ਵਿੱਚ ਆ ਪਹੁੰਚਦੀ, ਜਿਸ ਦਾ ਕੰਮ ਹੁੰਦਾ ਨਿਮਕ ਹਲਾਲੀ ਅਤੇ ਸਰਕਾਰ ਭਰਤੀ ਉੱਤੇ ਲੈਕਚਰ ਦੇਣੇ ਤੇ ਜਾਂ ਬਾਗੀਆਂ ਬਾਰੇ ਖਬਰਦਾਰ ਕਰਨਾ। ਸੁਦਰਸ਼ਨ ਉਦੋਂ 9ਵੀਂ ਵਿੱਚ ਪੜ੍ਹਦਾ ਸੀ ਤੇ ਉਮਰ ਉਸਦੀ ਇਹੋ 17-18 ਸਾਲਾਂ ਦੀ ਸੀ। ਰਾਜਨੀਤੀ ਦੀ ਭਾਵੇਂ ਉਸਨੂੰ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਸੀ, ਪਰ ਲੜਾਈ ਦੀਆਂ ਗੱਲਾਂ ਸੁਣਨ ਦਾ ਉਸਨੂੰ ਕੁਝ ਵਧੇਰੇ ਹੀ ਕੰਨ-ਰਸ ਪੈ ਗਿਆ ਸੀ, ਖਾਸ ਕਰਕੇ ਐਸੀਆਂ ਗੱਲਾਂ ਜਿਹੜੀਆਂ ਅੰਗਰੇਜ਼ਾਂ ਦੇ ਵਿਰੁੱਧ ਹੋਣ। ਉਧਰ ਬੀਰੀ ਵੀ ਤਾਂ ਉਸੇ ਦੀ ਭੈਣ ਸੀ। ਜਿਹੜਾ ਸ਼ੌਕ ਭਰਾ ਨੂੰ ਹੁੰਦਾ ਉਹੀ ਭੈਣ ਨੂੰ, ਸਗੋਂ ਭਰਾ ਨਾਲੋਂ ਵੀ 4 ਰੱਤੀਆਂ ਵੱਧ। ਕਵਿਤਾਵਾਂ ਇਕੱਠੀਆਂ ਕਰਨ ਦਾ ਤਾਂ ਉਸਨੂੰ ਠਰਕ ਜਿਹਾ ਸੀ, ਵਿਸ਼ੇਸ਼ ਕਰਕੇ ਲੜਾਈ, ਅੰਗਰੇਜ਼ ਜਾਂ ਆਜ਼ਾਦੀ ਦੇ ਮਜ਼ਮੂਨ ਨਾਲ ਸੰਬੰਧਿਤ ਰੱਖਣ ਵਾਲੀਆਂ ਦਾ। ਤੇ ਆਪਣੀ ਭੈਣ ਦੇ ਸ਼ੌਕ ਨੂੰ ਪੂਰਿਆ ਕਰਨ ਦੇ ਖਿਆਲੋਂ ਜਿੱਥੋਂ ਕਿਤੋਂ ਵੀ ਸੁਦਰਸ਼ਨ ਨੂੰ ਕੋਈ ਇਹੋ ਜਿਹੀ ਚਟਪਟੀ ਜੋਸ਼ੀਲੀ ਕਵਿਤਾ ਹੱਥ ਆਉਂਦੀ, ਉਹ ਬੀਰੀ ਲਈ ਲਿਖ ਲਿਆਉਂਦਾ। ਇਸੇ ਕਿਸਮ ਦੀ ਇੱਕ ਕਵਿਤਾ ਇੱਕ ਦਿਨ ਸੁਦਰਸ਼ਨ ਨੇ ਕਿਤੋਂ ਲਿਆ ਕੇ ਬੀਰੀ ਨੂੰ ਲਿਖਾਈ, ਜਿਹੜੀ ਬੀਰੀ ਨੂੰ ਇਤਨੀ ਪਸੰਦ ਆਈ ਕਿ ਉਸ ਤੋਂ ਦੂਸਰੇ ਹੀ ਦਿਨ ਉਹ ਉਸਨੇ ਜ਼ੁਬਾਨੀ ਯਾਦ ਕਰ ਲਈ। ਤੇ ਜਦ ਸੁਦਰਸ਼ਨ ਨੇ ਉਸਨੂੰ ਦੱਸਿਆ ਕਿ ਅਮਰੀਕਾ ਤੋਂ ਆਉਣ ਵਾਲੇ ਇੱਕ ਪਰਚੇ ਵਿੱਚ ਇਸ ਕਿਸਮ ਦੀਆਂ ਅਣਗਿਣਤ ਕਵਿਤਾਵਾਂ ਹੁੰਦੀਆਂ ਨੇ, ਤਾਂ ਬੀਰੀ ਹੱਥ ਧੋ ਕੇ ਉਸਦੇ ਮਗਰ ਹੀ ਪੈ ਗਈ ਤੇ ਤਦ ਤੱਕ ਉਸਦਾ ਪਿੱਛਾ ਨਾ ਛੱਡਿਆ ਜਦ ਤੱਕ ਸੁਦਰਸ਼ਨ ਨੇ ਉਸ ਨੂੰ ਅਮਰੀਕਾ ਤੋਂ ਆਏ ਰਸਾਲੇ ਦੇ 2-3 ਅੰਕ ਲਿਆ ਕੇ ਨਾ ਦਿੱਤੇ। ਬੀਰੀ ਇਸ ਗੱਲੋਂ ਅਣਜਾਣ ਨਹੀਂ ਸੀ ਕਿ ਇਸ ਕਿਸਮ ਦੀਆਂ ਕਵਿਤਾਵਾਂ ਲੇਖਾਂ ਤੋਂ ਉਸਦੇ ਬਾਪੂ ਜੀ ਨੂੰ ਕਿੰਨੀ ਚਿੜ ਹੈ। ਇਹ ਸਭ ਜਾਣਦਿਆਂ ਹੋਇਆਂ ਵੀ ਉਹ ਇਹਨਾਂ ਕਵਿਤਾਵਾਂ ਦਾ ਸਵਾਦ ਮਾਣਨ ਤੋਂ ਆਪਣੇ ਆਪ ਨੂੰ ਵਰਜ ਨਹੀਂ ਸੀ ਸਕਦੀ। ਜਦੋਂ ਬਾਬਾ ਜੀ ਘਰੋਂ ਬਾਹਰ ਹੁੰਦੇ ਤਾਂ ਉਹ ਬੜੀ ਲਟਕ ਨਾਲ ਸੁਦਰਸ਼ਨ ਦੇ ਸਾਹਮਣੇ ਇਹਨਾਂ ਨੂੰ ਗਾਇਆ ਕਰਦੀ ਤੇ ਉਸ ਤੋਂ ਬਾਅਦ ਸੁਦਰਸ਼ਨ ਇਸੇ ਮਜ਼ਮੂਨ ਨੂੰ ਲੈ ਕੇ ਘੰਟਿਆਂ ਬੱਧੀ ਉਸ ਨੂੰ ਬੜੀਆਂ ਅਨੋਖੀਆਂ ਗੱਲਾਂ ਸੁਣਾਉਂਦਾ ਰਹਿੰਦਾ, ਜਿਨ੍ਹਾਂ ਨੂੰ ਬੀਰੀ ਇਤਨੇ ਧਿਆਨ ਨਾਲ ਸੁਣਦੀ ਕਿ ਖਾਣ ਪੀਣ ਤੱਕ ਦਾ ਚੇਤਾ ਵੀ ਉਸ ਨੂੰ ਭੁੱਲਿਆ ਰਹਿੰਦਾ। ਬੀਰੀ ਦੇ ਇੱਕ ਕਮਲਪੁਣੇ ਨੇ ਇੱਕ ਦਿਨ ਘਰ ਵਿੱਚ ਇੱਕ ਐਸਾ ਹੰਗਾਮਾ ਪੈਦਾ ਕਰ ਦਿੱਤਾ ਕਿ ਬੀਰੀ ਦੀ ਥਾਂ ਜੇ ਕੋਈ ਹੋਰ ਹੁੰਦੀ ਤਾਂ ਮੁੜ ਸਾਰੀ ਉਮਰ ਇਹੋ ਜਿਹੀ ਕਿਸੇ ਕਵਿਤਾ ਦਾ ਨਾਂ ਨਾ ਲੈਂਦੀ। ਉਸ ਦਿਨ ਬੀਰੀ ਘਰ ਵਿੱਚ ਇਕੱਲੇ ਸੀ। ਸੁਦਰਸ਼ਨ ਸਕੂਲ ਗਿਆ ਹੋਇਆ ਸੀ ਤੇ ਬਾਬਾ ਜੀ ਰੰਗਰੂਟ ਭਰਤੀ ਦੇ ਦੌਰੇ ਤੇ ਸਨ। ਇਸ ਇਕੱਲ ਨੇ ਬੀਰੀ ਨੂੰ ਕੁਝ ਐਸੀ ਸ਼ੁਦੈਣ ਬਣਾ ਦਿੱਤਾ ਕਿ ਉਹ ਆਪਣੇ ਕਮਰੇ ਅੰਦਰ ਬੈਠੀ ਉਹ ਖੂਬ ਉੱਚੀ ਇਹਨਾਂ ਤੁਕਾਂ ਨੂੰ ਗਾਉਣ ਲੱਗ ਪਈ। ਗੋਰਿਆਂ ਨੇ ਦੇਸ਼ ਨੂੰ ਉਜਾੜ ਸੁੱਟਿਆ, ਜੰਗ ਵਿੱਚ ਹਿੰਦ ਨੂੰ ਲਤਾੜ ਸੁੱਟਿਆ, ਲੱਖਾਂ ਹੀ ਪੰਜਾਬਣਾਂ ਨੂੰ ਕੀਤਾ ਰੰਡੀਆਂ, ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ, ਹੀਰਾ ਪੰਨਾ ਹੂੰਝ ਕੇ ਵਲੈਤ ਲੈ ਗਏ, ਪੱਛਮੀ ਲੁਟੇਰੇ ਸਾਡੇ ਵੈਰ ਪੈ ਗਏ, ਛੱਡਿਆ ਨਾ ਕੱਖ ਦਗੇ ਬਾਜ਼ਾਂ ਢੰਗੀਆਂ, ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ, ਹਿੰਦੀਓ ਜਵਾਨੋ ਹੌਸਲਾ ਦਿਖਾ ਦਿਓ, ਵੱਡ ਵੱਡ ਗੋਰਿਆਂ ਦੇ ਢੇਰ ਲਾ ਦਿਓ, 4-4 ਇੱਕ ਦੀਆਂ ਪਾਓ ਵੰਡੀਆਂ, ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ, ਉੱਠੋ ਹਿੰਦੂ ਮੋਮਨ ਤੇ ਸਿੱਖ ਸੂਰਮੇ, ਕੁੱਟ ਕੇ ਬਣਾਓ ਗੋਰਿਆਂ ਦੇ ਚੂਰਮੇ, ਫੜ ਲੈ ਸ਼ਤਾਬੀ ਹੱਥੀਂ ਤੇਗਾਂ ਨੰਗੀਆਂ, ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ, ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ।
ਤੇ ਗਾਉਂਦੀ ਗਾਉਂਦੀ ਉਹ ਆਪਣੇ ਲੋਰ ਵਿੱਚ ਇਤਨੀ ਬੇਸੁੱਧ ਹੋ ਗਈ ਕਿ ਬਾਬਾ ਜੀ ਦੀ ਆਮਦ ਦੀ ਉਸਨੂੰ ਬਿੜਕ ਤੱਕ ਨਾ ਲੱਗੀ। ਛੇਕੜਲੀ ਤੁਕ ਦਾ ਪਹਿਲਾ ਸ਼ਬਦ ਖਾਲਿਆ ਹੀ ਉਸਦੇ ਮੂੰਹੋਂ ਨਿਕਲਿਆ ਸੀ ਕਿ ਕਾੜ ਕਰਦੀ ਇੱਕ ਧੌਲ ਉਸਦੀ ਪਿੱਠ ਵਿੱਚ ਆ ਵੱਜੀ, ਜਿਸ ਨਾਲ ਭੀਰੀ ਦਾ ਪਿੰਜਰ ਬੋਲ ਉੱਠਿਆ। ਬਾਬਾ ਜੀ ਦੀਆਂ ਨਜ਼ਰਾਂ ਵਿੱਚ ਏਡੇ ਭਾਰੀ ਜੁਰਮ ਦੀ ਸਜ਼ਾ ਇੱਕੋ ਧੌਲ ਕਾਫੀ ਨਹੀਂ ਸੀ। ਉਸ ਦਿਨ ਭੀਰੀ ਨੂੰ ਇੰਨਾ ਕੁਟਾਪਾ ਚੜਿਆ ਕਿ ਮਾਰ ਖਾਂਦੀ ਖਾਂਦੀ ਉਹ ਮਰਨ ਹਾਕੀ ਹੋ ਉੱਠੀ। ਮਾਰਨ ਤੋਂ ਬਾਅਦ ਬਾਬਾ ਜੀ ਨੇ ਮੁਲਜ਼ਮ ਉੱਤੇ ਜਿਰਾ ਦੀ ਭਰਮਾਰ ਸ਼ੁਰੂ ਕਰ ਦਿੱਤੀ। ਸੱਚੋ ਸੱਚ ਦੱਸ, ਕਿੱਥੋਂ ਸਿੱਖਿਆ ਨੇ ਤੂੰ ਇਹ ਵਾਹਿਆਤ ਤੁਕਾਂ? ਕਿਹੜੇ ਜ਼ਰੀਏ ਨਾਲ ਇਹ ਤੇਰੇ ਤੱਕ ਪਹੁੰਚੀਆਂ? ਕਿਸ ਨੇ ਪਹੁੰਚਾਈਆਂ? ਇਤਿਆਦ। ਪਰ ਭੀਰੀ ਨੇ ਤਾਂ ਪਿਓ ਦੇ ਸਾਹਮਣੇ ਜਿਵੇਂ ਨਾ ਕੁਸਕਣ ਦੀ ਸਹੁੰ ਖਾਧੀ ਹੋਈ ਸੀ। ਉਹ ਇਸ ਗੱਲੋਂ ਵੀ ਤਾਂ ਅਣਜਾਣ ਨਹੀਂ ਸੀ ਕਿ ਉਸ ਦੇ ਸੱਚੋ ਸੱਚ ਬੋਲਣ ਦਾ ਕੀ ਨਤੀਜਾ ਹੋਵੇਗਾ। ਉਹ ਮਾਰ ਖਾਈ ਗਈ, ਗਾਲਾਂ ਖਾਈ ਗਈ, ਪਰ ਟਸ ਤੋਂ ਮਸ ਨਾ ਹੋਈ। ਇਤਨਾ ਕੁਟਾਪਾ ਖਾਣ ਤੋਂ ਬਾਅਦ ਵੀ ਜਦ ਸੁਦਰਸ਼ਨ ਸ਼ਾਮੀ ਘਰ ਆਇਆ ਤਾਂ ਭੀਰੀ ਰੋਜ਼ ਵਾਂਗ ਇੰਜ ਹੱਸਦੀ ਹੱਸਦੀ ਉਸਨੂੰ ਦਿਖਾਈ ਦਿੱਤੀ, ਜਿਵੇਂ ਜਾਣਦੀ ਸੀ ਕਿ ਜੇ ਉਸਨੇ ਭਰਾ ਅੱਗੇ ਮਾਮਲਾ ਪ੍ਰਗਟ ਕਰ ਦਿੱਤਾ ਤਾਂ ਇਸ ਦਾ ਨਤੀਜਾ ਹੋਵੇਗਾ ਦੋਹਾਂ ਪਿਓ ਪੁੱਤਰਾਂ ਵਿੱਚ ਅਸਹਿ ਕਿਸਮ ਦੀਆਂ ਝੜਪਾਂ ਤੇ ਹੋਰ ਪਤਾ ਨਹੀਂ ਕੀ। ਪਰ ਭੀਰੀ ਦੀ ਇੰਨੀ ਪਕਿਆਈ ਦੇ ਹੁੰਦਿਆਂ ਹੋਇਆਂ ਵੀ ਪਿਓ ਪੁੱਤਰਾਂ ਵਿੱਚ ਝੜਪਾਂ ਹੋ ਕੇ ਹੀ ਰਹੀਆਂ। ਸੁਦਰਸ਼ਨ ਨੂੰ ਘਰ ਆਉਂਦਿਆਂ ਹੀ ਸ਼ਾਇਦ ਬਾਬਾ ਜੀ ਨੇ ਉੱਪਰੋਂ ਬਾਰੀ ਵਿੱਚੋਂ ਹੀ ਤੱਕ ਲਿਆ ਸੀ। ਉਹ ਦਗੜ ਦਗੜ ਹੇਠਾਂ ਉਤਰ ਆਏ ਤੇ ਆਉਂਦਿਆਂ ਹੀ ਉਹਨਾਂ ਨੇ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਆੜੇ ਹੱਥੀਂ ਲਿਆ। ਫਿੱਟੜੀ ਦਿਆ ਫੇੜਿਆ, ਇਹ ਸਭ ਤੇਰੀਆਂ ਹੀ ਬੇਹੁਦਗੀਆਂ ਦਾ ਨਤੀਜਾ ਏ। ਤੂੰ ਇਸ ਭੋਲੀ ਭਾਲੀ ਦਾ ਦਿਮਾਗ ਗੰਦਾ ਕਰ ਛੱਡਿਆ, ਵਾਹਿਆਤ ਕਿਸਮ ਦੀਆਂ ਗੱਲਾਂ ਸੁਣਾ ਕੇ। ਭੀਰੀ ਲਈ ਸ਼ੁਕਰ ਮਕਾਮ ਸੀ ਕਿ ਮਾਮਲਾ ਝੜਪਾਂ ਤੱਕ ਹੀ ਸੀਮਤ ਰਿਹਾ। ਉਹ ਤਾਂ ਸਮਝ ਰਹੀ ਸੀ ਕਿ ਉਸੇ ਵਾਂਗ ਸੁਦਰਸ਼ਨ ਉੱਤੇ ਵੀ ਧੌਲ ਤੱਪੇ ਦੀ ਵਰਖਾ ਹੋਈ ਕਿ ਹੋਈ। ਬਾਬਾ ਜੀ ਦਾ ਇਹ ਅਹਿੰਸਕ ਵਰਤਾਓ ਸੱਚੋਂ ਹੀ ਭੀਰੀ ਲਈ ਖੁਸ਼ੀ ਤੇ ਹੈਰਾਨੀ ਭਰਿਆ ਸੀ ਕਿ ਛੁੱਟ ਜ਼ੁਬਾਨ ਦੇ ਚੱਲਣ ਤੋਂ ਬਾਬਾ ਜੀ ਦਾ ਹੱਥ ਜਾਂ ਪੈਰ ਸੁਦਰਸ਼ਨ ਉੱਤੇ ਨਹੀਂ ਸੀ ਚੱਲਿਆ। ਅਸਲ ਵਿੱਚ ਬਾਬਾ ਜੀ ਵਿੱਚ ਇਸ ਅਨੋਖੇ ਪਰਿਵਰਤਨ ਦਾ ਇੱਕ ਵਿਸ਼ੇਸ਼ ਕਾਰਨ ਸੀ। ਸੁਦਰਸ਼ਨ ਉੱਤੇ ਇਹਨਾਂ ਦਿਨੀ ਉਹ ਬਹੁਤ ਵੱਡੀਆਂ ਆਸਾਂ ਬੰਨੀ ਬੈਠੇ ਸਨ। ਸੁਦਰਸ਼ਨ ਦਾ ਸਦਕਾ ਹੀ ਤਾਂ ਸੀ ਬਾਬਾ ਜੀ ਨੇ ਆਪਣੇ ਦਾਇਮੀ ਦੁਸ਼ਮਣ ਟਿਵਾਣਿਆਂ ਦਾ ਬੁੱਥਾ ਪੁਆਣਾ ਸੀ। ਉਸੇ ਦੀ ਮਦਦ ਨਾਲ ਤਾਂ ਉਹਨਾਂ ਨੇ ਆਪਣੀ ਇਸ ਖੰਡਰ ਹਵੇਲੀ ਨੂੰ ਸੋਨੇ ਦੀ ਲੰਕਾ ਵਿੱਚ ਬਦਲਣਾ ਸੀ। ਪਰ ਸੁਦਰਸ਼ਨ ਦੇ ਗੁੱਸੇ ਨੂੰ ਉਭਾਰਨ ਲਈ ਬਾਬਾ ਜੀ ਦੀਆਂ ਇੰਨੀਆਂ ਕੁ ਫਿਟਕਾਰਾਂ ਹੀ ਕਾਫੀ ਸਨ। ਜਵਾਬ ਵਿੱਚ ਜਿਉਂ ਹੀ ਉਸਨੇ ਜ਼ੁਬਾਨ ਚਲਾਉਣੀ ਸ਼ੁਰੂ ਕੀਤੀ ਤਾਂ ਤਟਫਟ ਹੀ ਬਾਬਾ ਜੀ ਨੇ ਰਵੱਈਏ ਵਿੱਚ ਤਬਦੀਲੀ ਲੈ ਆਉਂਦੀ। ਵੇਖੇ ਨਾ ਪੁੱਤਰਾ, ਬਾਬਾ ਜੀ ਨੇ ਧਰਮ ਤੇ ਖਾਨਦਾਨ ਦੇ ਸਿਰਲੇਖ ਨੂੰ ਲੈ ਕੇ ਵਿਖਿਆਨ ਸ਼ੁਰੂ ਕਰ ਦਿੱਤਾ ਤੇ ਦੋਵੇਂ ਭੈਣ ਭਰਾ ਸਾਹਮਣੇ ਬੈਠੇ ਸੁਣੀ ਗਏ। ਸੰਭਵ ਸੀ ਕਿ ਇਸ ਅਤ ਦਰਜੇ ਦੇ ਮੁਲਾਇਮ ਤੇ ਮਿੱਠੇ ਲੈਕਚਰ ਨਾਲ ਵੀ ਸੁਦਰਸ਼ਨ ਦੇ ਰਵੱਈਏ ਵਿੱਚ ਫਰਕ ਨਾ ਪੈਂਦਾ, ਪਰ ਭੀਰੀ ਦੀ ਅੱਖ ਦੇ ਇਸ਼ਾਰੇ ਨੂੰ ਪਾ ਕੇ ਉਹ ਕਾਫੀ ਹੱਦ ਤੀਕ ਠੰਡਾ ਹੋ ਗਿਆ। ਉਮਰੋਂ ਛੋਟੀ ਹੋਣ ਤੇ ਵੀ ਭੀਰੀ ਕਈ ਵਾਰਾਂ ਸੁਦਰਸ਼ਨ ਲਈ ਵੱਡੀ ਬਣ ਜਾਇਆ ਕਰਦੀ ਸੀ। ਜਦੋਂ ਆਪਣੇ ਪਿਓ ਵਾਂਗ ਸੁਦਰਸ਼ਨ ਵੀ ਤਾਮਸੀ ਵਿੱਚ ਆ ਜਾਂਦਾ। ਅਜਿਹੇ ਵੇਲੇ ਭੈਣ ਦਾ ਕੋਈ ਵੀ ਆਦੇਸ਼ ਉਸ ਲਈ ਮਾਂ ਦੇ ਆਦੇਸ਼ ਤੋਂ ਘੱਟ ਨਹੀਂ ਸੀ ਹੁੰਦਾ। ਬਾਬਾ ਜੀ ਦਬਾ ਦਬ ਉਦਾਹਰਨਾਂ ਦੇ ਕੇ ਦੋਹਾਂ ਦੇ ਦਿਮਾਗ ਵਿੱਚ ਇਹ ਸਿਧਾਂਤ ਠੋਸਣ ਦਾ ਯਤਨ ਕਰੀ ਜਾ ਰਹੇ ਸਨ ਕਿ ਹਰ ਇੱਕ ਸਿੱਖ, ਖਾਸ ਕਰਕੇ ਹਰ ਇੱਕ ਗੁਰੂ ਬੰਸਧਾਰੀ ਦਾ ਫਰਜ਼ ਹੈ ਕਿ ਉਹ ਅੰਗਰੇਜ਼ ਸਰਕਾਰ ਪ੍ਰਤੀ ਵਫਾਦਾਰ ਤੇ ਜਾਨਿਸਾਰ ਰਹੇ। ਵਿੱਚ ਜਦ ਵੀ ਸੁਦਰਸ਼ਨ ਨੇ ਜਵਾਬ ਦੇਣ ਲਈ ਬੁੱਲ ਖੋਲੇ ਕਿ ਮੁੜ ਭੀਰੀ ਦਾ ਇਸ਼ਾਰਾ ਉਸਨੂੰ ਰੋਕ ਦਿੰਦਾ ਰਿਹਾ ਤੇ ਇਹਦਾ ਨਤੀਜਾ ਇਹ ਹੋਇਆ ਕਿ ਮਾਮਲਾ ਉੱਥੇ ਦਾ ਉੱਥੇ ਹੀ ਦਬ ਗਿਆ। ਦੋਹਾਂ ਨੇ ਇਕਰਾਰ ਕੀਤਾ ਕਿ ਅੱਗੇ ਲਈ ਕਦੇ ਵੀ ਉਹਨਾਂ ਪਾਸੋਂ ਇਸ ਕਿਸਮ ਦਾ ਮੂਰਖਪੁਣਾ ਨਹੀਂ ਹੋਵੇਗਾ। ਉਸ ਦਿਨ ਤੋਂ ਬਾਅਦ ਭੈਣ ਭਰਾ ਨੇ ਇੱਕ ਨਵਾਂ ਮੰਤਰ ਕੰਠ ਕਰ ਲਿਆ। ਭੀਰੀ ਨੇ ਸੁਦਰਸ਼ਨ ਨੂੰ ਇੱਕ ਮਾਰਕੇ ਦੀ ਮੱਤ ਦਿੱਤੀ। ਭਲਾ ਪਾਪਾ ਜੀ, ਸਾਡੀ ਇਸ ਵਿੱਚ ਕੋਈ ਹਿੰਗ ਫਟਕੜੀ ਲੱਗਦੀ ਏ ਜੇ ਅਸੀਂ ਬਾਪੂ ਜੀ ਦੀ ਹਾਂ ਵਿੱਚ ਹਾਂ ਮਿਲਾ ਛੱਡਿਆ ਕਰੀਏ? ਬਲਕਿ ਮੈਂ ਤਾਂ ਕਹਿੰਨੀ ਆ ਸਾਨੂੰ ਇਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰਨਾ ਚਾਹੀਦਾ ਹੈ ਜਿਸ ਤੋਂ ਬਾਪੂ ਜੀ ਨੂੰ ਪੂਰਾ ਯਕੀਨ ਹੋ ਜਾਵੇ ਕਿ ਉਹਨਾਂ ਦੇ ਹਰ ਕੰਮ ਵਿੱਚ ਅਸੀਂ ਮਦਦ ਕਰਨ ਦੇ ਖਾਹਿਸ਼ਮੰਦ ਹਾਂ। ਭੀਰੀ ਦੀ ਇਸ ਮੱਤ ਉੱਤੇ ਜਦ ਤੋਂ ਸੁਦਰਸ਼ਨ ਨੇ ਚੱਲਣਾ ਸ਼ੁਰੂ ਕੀਤਾ, ਸੱਚੋਂ ਹੀ ਇਸ ਦਾ ਖਾਤਰਖਾਹ ਅਸਰ ਹੋਇਆ। ਮੁੜ ਕੇ ਕਦੀ ਵੀ ਘਰ ਵਿੱਚ ਕੋਈ ਵੀ ਗੜਬੜ ਨਹੀਂ ਮੱਚੀ। ਅਮਨ ਚੈਨ ਦੇ ਦਿਨ ਬੀਤੀ ਜਾ ਰਹੇ ਸਨ।